ਸਾਲ 2014 ਵਿੱਚ ਜਨਮਤ ਦਾ ਜੋ ਇਤਿਹਾਸਕ ਫੈਸਲਾ ਆਇਆ ਹੈ, ਉਸਨੇ ਇਹ ਸਾਬਿਤ ਕਰ ਦਿੱਤਾ ਕਿ ਜਨਤਾ ਜੇ ਆਪਣੀ ਸ਼ਕਤੀ ਪਛਾਣੇ ਤਾਂ ਵੱਡੇ ਤੋਂ ਵੱਡਾ ਬਦਲਾ ਦੇਸ਼ ਵਿੱਚ ਲਿਆ ਸਕਦਾ ਹੈ। ਲੋਕਤੰਤਰ ਵਿੱਚ ਕਿੰਨੀ ਸ਼ਕਤੀ ਹੈ, ਇਹ ਭਾਰਤ ਦੀ 55 ਕਰੋੜ ਜਨਤਾ ਨੇ ਆਮ ਵਿਅਕਤੀ ਨੂੰ ਸੱਤਾ ਵਿੱਚ ਕਾਬਜ਼ ਕਰਵਾ ਕੇ ਜਤਾ ਦਿੱਤੀ ਹੈ। ਹੁਣ ਭਾਰਤ ਵਿੱਚ ਬਦਲਾਅ ਲਿਆ ਕੇ ਬਦਲਾਅ ਵੇਖਣ ਦੀ ਚਾਹਵਾਨ ਜਨਤਾ ਲਈ ਕੀ ਬਦਲਾਅ ਪੇਸ਼ ਕਰਨਗੇ ਨਰਿੰਦਰ ਮੋਦੀ, ਇਸ ਤੇ ਹਰ ਕਿਸੇ ਦੀਆਂ ਨਜ਼ਰਾਂ ਰਹਿਣਗੀਆਂ। ਜੋ ਸ਼ੰਕਾਵਾਂ ਮੋਦੀ ਨਾਲ ਜੁੜੀਆਂ ਨੇ, ਉਹਨਾਂ ਨੂੰ ਤੋੜਨਾ ਵੀ ਮੋਦੀ ਲਈ ਵੱਡੀ ਚੁਣੌਤੀ ਹੈ। ਮੈਂ ਹਾਂ ਭੁਲੇਂਦਰ ਸਿੰਘ ਵਿਰਮਾਨੀ ਅਤੇ ਅੱਜ ਦੀ ਸਾਡੀ ਇਸ ਖਾਸ ਪੇਸ਼ਕਸ਼ ਵਿੱਚ ਮੋਦੀ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੀਆਂ ਉਮੀਦਾਂ ਤੇ ਉਤਰਨ ਦੀ ਤਿਆਰੀ ਕਰ ਰਹੇ ਨੇ, ਇਸ ਤੇ ਚਰਚਾ ਕਰਾਂਗੇ ਅਤੇ ਵੇਖਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਹੋਏਗਾ ਮੋਦੀ ਦਾ ਇੰਡੀਆ। ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਵਜੋਂ ਜੋ ਸ਼ਖਸ ਸਹੁੰ ਚੁੱਕਣ ਜਾ ਰਹੇ ਨੇ, ਉਹ ਭਾਵੇਂ ਕਿ ਪਹਿਲੀ ਵਾਰ ਸੰਸਦ ਵਿੱਚ ਦਾਖਲ ਹੋਏ, ਪਰ ਖਾਸ ਗੱਲ ਇਹ ਹੈ ਕਿ ਉਹ ਸਿੱਧਾ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਕਾਬਜ਼ ਹੋਣ ਜਾ ਰਹੇ ਨੇ। ਜੀ ਹਾਂ, ਮੋਦੀ ਦਾ ਇਹ ਸਫ਼ਰ ਕਿਸੇ ਫਿਲਮੀ ਕਹਾਣੀ ਤੋਂ ਘੱਟ ਦਿਲਚਸਪ ਨਹੀਂ, ਪਰ ਹਰ ਔਖੀ ਅਤੇ ਸੌਖੀ ਸਥਿਤੀ ਨੂੰ ਆਸਾਨੀ ਨਾਲ ਪਾਰ ਕਰਨ ਦਾ ਦਮ ਰੱਖਣ ਵਾਲੇ ਮੋਦੀ ਦੇ ਸਫ਼ਰ ਤੇ ਇੱਕ ਨਜ਼ਰ। नरेंद्र मोदी देश के अगले प्रधानमंत्री, दुनिया के सब तो बड़े लोकतंत्र के नेता ते 55 करोड़ तो वधेरे लोगों की रायशुमारी तो बाद सब तो लोकप्रिय नेता। यह नरेंद्र दामोदर दास मोदी की नवी पछाण। इस तो इलावा नरेंद्र मोदी देश के सब तो विकसित सूबे एक गुजरात के मुख मंत्री भी रहे ने, वो भी 1, 2 या 3 साल नहीं, पूरे 13 साल तो। इस दौरान उन्होंने गुजरात के सब तो लंबे समय तक मुख मंत्री का ओहदा संभालन का मान भी हासिल किया है। RSS प्रचारक तो देश के प्रधानमंत्री ओहदे तक का सफर अपने आप दे विच फर्श तो अर्श तक पहुंचने की दास्तान है। गुजरात के एक रेलवे स्टेशन ते चाह बेचन वाले नरेंद्र मोदी आज देश के प्रधानमंत्री के ओहदे ते काबिज हो रहे ने। गरीबी दे विच पले बड़े ते कई उतार चढ़ावां। उन्हां दा परिवार एक तंग घर विच रहिंदा सी, जिथे सूरज की रोशनी भी बहुत मुश्किल पहुंचती सी। जमीन कच्ची सी ते घर विच मिट्टी तेल दी चिमनी नाल ही अंधेरा मिटदा। उन्हां दे पिता वडनगर रेलवे स्टेशन ते चाह दी दुकान चलाते सन, जिथे बचपन विच कुमार नाम तो पुकारे जाने वाले मोदी ट्रेनां दे विच आन जाने वालियां नूं 2 आने दी स्पेशल चाह बेचा करते सन। जद मोदी 6 साल दे सन, और रोज सवेरे 5 बजे उठते, स्कूल पढ़न जाते ते उन्हां दिनां दे विच भी रेलगड्डी दी सीटी सुन के ही ओह भजदे ते चाह बेच के फिर अपनी क्लास दे विच पहुंचदे। उन्हां दी मां हीराबेन उन्हां दिनां दूजे घरां दे विच काम करके अपना घर चलाउंदी सी। इस तो इलावा उन्हां दी मां एक निजी दफ्तर दे लई खूह तो पानी भर के भी पहुंचांदी। जद नौजवान मोदी भारतीय सेना दे विच जाण दे लई एक ਪ੍ਰੀਖਿਆ ਵਿੱਚ शामिल होना चाहुंदे सन ਤਾਂ ਉਹਨਾਂ ਦੇ ਪਿਤਾ ਦੇ ਕੋਲ ਉਹਨਾਂ ਨੂੰ ਭੇਜਣ ਦੇ ਲਈ ਪੈਸੇ ਨਹੀਂ ਸਨ, ਜਿਸ ਤੋਂ ਗੁੱਸਾਏ ਮੋਦੀ ਸਾਧੂ ਬਣ ਗਏ। ਪਰ ਫਿਰ ਸਮੇਂ ਦੀ ਕਰਵਟ ਬਦਲੀ ਤੇ ਮੋਦੀ RSS ਦੇ ਪ੍ਰਚਾਰਕ ਬਣੇ। 4 ਦਸ਼ਕ ਤੋਂ ਵਧੇਰੇ ਦੇ ਕੈਰੀਅਰ ਦੇ ਵਿੱਚ ਨਰਿੰਦਰ ਮੋਦੀ ਦਾ ਕੌਮੀ ਰਾਜਨੀਤੀ ਵਿੱਚ ਉਭਾਰ ਮੁਸ਼ਕਿਲ ਤੋਂ 15 ਸਾਲਾਂ ਦਾ ਹੈ। ਇਸ ਨੂੰ ਨਰਿੰਦਰ ਮੋਦੀ ਦਾ ਕੌਮੀ ਰਾਜਨੀਤੀ ਦੇ ਵਿੱਚ ਇੱਕ ਸ਼ਾਨਦਾਰ ਆਗਾਜ਼ ਕਹਿ ਸਕਦੇ ਹਾਂ। पर आगाज किवें होया, आखिर नरेंद्र मोदी दी शानदार कामयाबी दा राज की है? किवें 15 साल पहला तक राजनीतिक गुमनामी दा शिकार है शख्स आज राजनीति दे शिखर ते पहुंचण विच सफल होया है। 2009 ਦੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਅੱਗੇ ਰੱਖ ਕੇ ਚੋਣ ਲੜੀ, ਪਰ ਯੂਪੀਏ ਦੇ ਹੱਥਾਂ ਤੋਂ ਇਸ ਪਾਰਟੀ ਨੂੰ ਸ਼ਿਕਸਤ ਚੱਲਣੀ ਪਈ ਤੇ ਅਡਵਾਨੀ ਦਾ ਕੱਦ ਵੀ ਪਾਰਟੀ ਵਿੱਚ ਘਟਣ ਲੱਗਿਆ। ਦੂਜੀ ਪੰਕਤੀ ਦੇ ਨੇਤਾ ਤੇਜ਼ੀ ਦੇ ਨਾਲ ਉੱਭਰਦੇ ਰਹੇ, ਜਿਨ੍ਹਾਂ ਵਿੱਚ ਨਿਤਿਨ ਗਡਕਰੀ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਟਲੀ ਸ਼ਾਮਿਲ ਸਨ। ਨਰਿੰਦਰ ਮੋਦੀ ਇਸ ਸਮੇਂ ਤੱਕ ਗੁਜਰਾਤ ਦੇ 2 ਵਿਧਾਨ ਸਭਾ ਚੋਣਾਂ ਦੇ ਵਿੱਚ ਲਗਾਤਾਰ ਜਿੱਤ ਹਾਸਿਲ ਕਰ ਚੁੱਕੇ ਸਨ ਤੇ ਉਹਨਾਂ ਦਾ ਕੱਦ ਕੌਮੀ ਰਾਜਨੀਤੀ ਦੇ ਵਿੱਚ ਵਧਦਾ ਜਾ ਰਿਹਾ ਸੀ। ਸਾਲ 2012 ਵਿੱਚ ਲਗਾਤਾਰ ਤੀਜੀ ਵਾਰ ਨਰਿੰਦਰ ਮੋਦੀ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਿਲ ਕੀਤੀ। ਉਦੋਂ ਇਹ ਮੰਨਿਆ ਜਾਣ ਲੱਗਿਆ ਸੀ ਕਿ ਹੁਣ ਮੋਦੀ ਕੌਮੀ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕਰਨਗੇ ਤੇ ਅਜਿਹਾ ਹੀ ਹੋਇਆ ਜਦ ਮਾਰਚ 2013 ਵਿੱਚ ਨਰਿੰਦਰ ਮੋਦੀ ਨੂੰ ਭਾਜਪਾ ਸੰਸਦੀ ਬੋਰਡ ਦੇ ਵਿੱਚ ਨਿਯੁਕਤ ਕਰ ਦਿੱਤਾ ਗਿਆ ਤੇ ਸੈਂਟਰਲ ਇਲੈਕਸ਼ਨ ਕੈਂਪੇਨ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ।
ਉਹ ਇਕਲੌਤੇ ਅਜਿਹੇ ਮੁੱਖ ਮੰਤਰੀ ਸਨ ਜੋ ਸੰਸਦੀ ਬੋਰਡ ਵਿੱਚ ਸ਼ਾਮਿਲ ਹੋਏ। ਇਹ ਸਾਫ਼ ਤੌਰ ਤੇ ਇਸ਼ਾਰਾ ਸੀ ਕਿ ਹੁਣ ਮੋਦੀ ਹੀ ਅਗਲੇ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਦਾ ਮੁੱਖ ਚਿਹਰਾ ਹੋਣਗੇ। ਨਰਿੰਦਰ ਮੋਦੀ ਦਾ ਇਹ ਉਦੇ ਲਾਲ ਕ੍ਰਿਸ਼ਨ ਅਡਵਾਨੀ, ਜਸਵੰਤ ਸਿੰਘ, ਮੁਰਲੀ ਮਨੋਹਰ ਜੋਸ਼ੀ ਤੇ ਕੁਝ ਹੋਰ ਪਾਰਟੀ ਦੇ ਆਗੂਆਂ ਨੂੰ ਰਾਸ ਨਹੀਂ ਆਇਆ, ਪਰ ਭਾਜਪਾ ਦੇ ਵਧੇਰੇ ਨੇਤਾ ਤੇ ਕਾਰਜਕਰਤਾ ਦੀਵਾਰ ਤੇ ਲਿਖੀ ਇਬਾਰਤ ਨੂੰ ਪੜ੍ਹ ਚੁੱਕੇ ਸਨ ਤੇ ਉਹ ਨਰਿੰਦਰ ਮੋਦੀ ਨੂੰ ਹੀ ਆਪਣਾ ਨੇਤਾ ਮੰਨ ਰਹੇ ਸਨ। ਹੁਣ ਸਿਰਫ ਇੱਕ ਐਲਾਨ ਬਾਕੀ ਸੀ ਔਰ ਇਹ ਵੀ ਸਤੰਬਰ 2013 ਦੇ ਵਿੱਚ ਪੂਰਾ ਹੋ ਗਿਆ ਜਦ ਭਾਜਪਾ ਨੇ 2014 ਲੋਕ ਸਭਾ ਚੋਣਾਂ ਦੇ ਲਈ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਆਪਣਾ ਉਮੀਦਵਾਰ ਐਲਾਨ ਦਿੱਤਾ। ਉਸ ਤੋਂ ਬਾਅਦ ਨਰਿੰਦਰ ਮੋਦੀ ਦਾ ਇੱਕ ਹੀ ਲਕਸ਼ ਸੀ, 7 ਰੇਸ ਕ੍ਰਾਸ, ਤੇ ਇਸ ਦਾ ਨਾਮ ਦੇ ਦਿੱਤਾ ਗਿਆ ਮਿਸ਼ਨ 272। ਇਸ ਦੀ ਸ਼ੁਰੂਆਤ ਸਾਲ 2013 ਦੀ ਵਿਧਾਨ ਸਭਾ ਚੋਣਾਂ ਤੋਂ ਹੋ ਗਈ ਜਦ ਮੋਦੀ ਨੇ ਸਤੰਬਰ ਤੋਂ ਨਵੰਬਰ ਤੱਕ 5 ਸੂਬਿਆਂ ਵਿੱਚ 55 ਰੈਲੀਆਂ ਕੀਤੀਆਂ ਤੇ ਪਾਰਟੀ ਨੂੰ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਵਿੱਚ ਜਿੱਤ ਹਾਸਲ ਕਰਾਉਣ 'ਚ ਕਾਮਯਾਬੀ ਹਾਸਲ ਕੀਤੀ। ਅਗਲਾ ਕਦਮ ਸੀ ਦਸੰਬਰ ਤੇ ਮਾਰਚ ਤੱਕ ਪਾਰਟੀ ਨੂੰ ਅੰਦਰੂਨੀ ਤੌਰ ਤੇ ਮਜ਼ਬੂਤ ਕਰਨਾ, ਨਈ ਤਕਨੀਕ ਦੇ ਸਹਾਰੇ ਆਪਣੇ ਮੈਸੇਜ ਦੂਰ-ਦੂਰ ਤੱਕ ਪਹੁੰਚਾਉਣ ਦੀ ਤਿਆਰੀ ਕਰਨਾ ਤੇ ਨਏ ਸਹਿਯੋਗੀਆਂ ਨੂੰ ਤਲਾਸ਼ ਕਰਨਾ। ਇਸ ਤੋਂ ਬਾਅਦ ਨਾਰਾ ਦਿੱਤਾ ਗਿਆ, ਅਬ ਕੀ ਬਾਰ ਮੋਦੀ ਸਰਕਾਰ, ਤੇ ਇਸ ਨਾਰੇ ਨੂੰ ਦੇਸ਼ ਦੇ ਬੱਚੇ ਦੀ ਜ਼ੁਬਾਨ ਤੱਕ ਪਹੁੰਚਾ ਦਿੱਤਾ ਗਿਆ। ਨਰਿੰਦਰ ਮੋਦੀ ਨੇ ਮਿਸ਼ਨ 272 ਪੂਰਾ ਕਰਨ ਦੇ ਲਈ ਸਤੰਬਰ ਤੋਂ ਮਈ ਮਹੀਨੇ ਤੱਕ ਦੇ ਯਾਨੀ 9 ਮਹੀਨਿਆਂ ਦੇ ਵਿੱਚ 4 ਲੱਖ ਕਿਲੋਮੀਟਰ ਤੋਂ ਵਧੇਰੇ ਦੀ ਯਾਤਰਾ ਕੀਤੀ ਤੇ 25 ਸੂਬਿਆਂ ਦੇ ਵਿੱਚ ਪੌਣੇ 500 ਤੋਂ ਵਧੇਰੇ ਰੈਲੀਆਂ ਕੀਤੀਆਂ। ਇਹ ਨਹੀਂ, ਆਪਣੇ ਤੂਫਾਨੀ ਦੌਰਿਆਂ ਤੋਂ ਇਲਾਵਾ ਇੰਟਰਨੈਟ, ਮੋਬਾਈਲ ਟੈਲੀਫੋਨੀ ਦੇ ਜ਼ਰੀਏ ਦੇਸ਼ ਦੇ ਵਿੱਚ 23 ਕਰੋੜ ਲੋਕਾਂ ਤੱਕ ਆਪਣੀ ਪਹੁੰਚ ਬਣਾਈ, ਯਾਨੀ ਹਰ ਚੌਥੇ ਵੋਟਰ ਤੱਕ ਪਹੁੰਚ ਗਏ ਨਰਿੰਦਰ ਮੋਦੀ। ਮੋਦੀ ਦੀ ਟੀਮ ਨੇ ਖਾਸ ਚੋਣ ਪ੍ਰਚਾਰ ਦੀ ਰਣਨੀਤੀ ਬਣਾਈ ਤੇ ਨਰਿੰਦਰ ਮੋਦੀ ਦੀ ਜੀ ਤੋੜ ਕੋਸ਼ਿਸ਼ ਦਾ ਨਤੀਜਾ ਸੀ ਕਿ ਦੇਸ਼ ਭਰ ਦੇ ਵਿੱਚ ਬਦਲਾਅ ਦੀ ਆਵਾਜ਼ ਉੱਠ ਗਈ ਤੇ ਨਰਿੰਦਰ ਮੋਦੀ ਦੀ ਐਸੇ ਨਵੀਂ ਛਵੀ ਨੇ ਐਨਡੀਏ ਨੂੰ ਰਾਮ ਵਿਲਾਸ ਪਾਸਵਾਨ, ਚੰਦਰਬਾਬੂ ਨਾਇਡੂ ਵਰਗੇ ਸਹਿਯੋਗੀ ਵਾਪਸ ਲਾ ਕੇ ਖੜਾ ਦਿੱਤੇ। ਇਹ ਗੱਲ ਬਿਲਕੁਲ ਸਾਫ਼ ਹੈ ਕਿ ਇਹ ਜਿੱਤ ਐਨਡੀਏ ਜਾਂ ਭਾਜਪਾ ਦੀ ਜਿੱਤ ਨਹੀਂ, ਸਗੋਂ ਨਰਿੰਦਰ ਮੋਦੀ ਦੀ ਜਿੱਤ ਹੈ, ਕਿਉਂਕਿ ਚੋਣ ਪ੍ਰਚਾਰ ਦੇ ਦੌਰਾਨ ਕਮਲ ਤੋਂ ਵਧੇਰੇ ਮੋਦੀ ਦੇ ਪੋਸਟਰ ਦਿਖੇ ਤੇ ਮੋਦੀ ਦਾ ਜਾਦੂ ਇਸ ਕਦਰ ਸਿਰ ਚੜ ਕੇ ਬੋਲਿਆ, ਬਿਨਾਂ ਸਹਿਯੋਗੀਆਂ ਦੇ ਹੀ 30 ਸਾਲ ਬਾਅਦ ਪੂਰਨ ਬਹੁਮਤ ਭਾਜਪਾ ਨੇ ਹਾਸਿਲ ਕਰ ਲਿਆ। ਅੱਜ ਇਹ ਸ਼ਖਸ 26 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਜਾ ਰਿਹਾ ਹੈ। ਮੋਦੀ ਦੇ ਬਾਰੇ ਇੱਕ ਖਾਸ ਗੱਲ ਇਹ ਵੀ ਮੰਨੀ ਜਾਂਦੀ ਹੈ ਕਿ ਉਹਨਾਂ ਨੇ ਜੋ ਵੀ ਅਹੁਦਾ ਹਾਸਿਲ ਕੀਤਾ ਉਹ ਸਿੱਧਾ ਹਾਸਿਲ ਕੀਤਾ। ਜਦੋਂ ਗੁਜਰਾਤ ਵਿਧਾਨ ਸਭਾ ਵਿੱਚ ਦਾਖਲ ਹੋਏ ਤਾਂ ਉਹ ਸਿੱਧੇ ਮੁੱਖ ਮੰਤਰੀ ਦੇ ਤੌਰ ਤੇ ਪਹੁੰਚੇ ਤੇ ਜਦ ਉਹ ਸਦਨ ਵਿੱਚ ਦਾਖਲ ਹੋ ਰਹੇ ਨੇ ਤਾਂ ਸਿੱਧੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਕਾਬਿਜ਼ ਹੋ ਰਹੇ ਨੇ। ਮੋਦੀ ਦੀ ਛਵੀ ਕੜਕ ਤੇ ਕੱਟੜ ਕਿਸਮ ਦੇ ਨੇਤਾ ਵਜੋਂ ਵੀ ਜਾਣੀ ਜਾਂਦੀ ਹੈ, ਪਰ ਮੋਦੀ ਨੇ ਆਪਣੀ ਛਵੀ ਵਿੱਚ ਤਬਦੀਲੀ ਦੇ ਸੰਕੇਤ ਪਿਛਲੇ ਕੁਝ ਸਮੇਂ ਤੋਂ ਹੀ ਦੇਣੇ ਸ਼ੁਰੂ ਕਰ ਦਿੱਤੇ ਸਨ ਅਤੇ ਗੁਆਂਢੀ ਦੇਸ਼ਾਂ ਨਾਲ ਸੁਖਾਲੇ ਰਿਸ਼ਤਿਆਂ ਦੀ ਕੜੀ ਨੂੰ ਸ਼ੁਰੂ ਕਰਦਿਆਂ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸਾਰਕ ਮੁਲਕਾਂ ਨੂੰ ਖਾਸ ਤੌਰ ਤੇ ਸੱਦਾ ਭੇਜਿਆ ਗਿਆ। ਇਹੀ ਨਹੀਂ, ਹੋਰਨਾਂ ਸੂਬਿਆਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਪਹਿਲ ਦਿੰਦਿਆਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਬੁਲਾਇਆ ਜਾ ਰਿਹਾ ਹੈ ਤੇ ਮਿਲ ਕੇ ਟੀਮ ਇੰਡੀਆ ਬਣਾ ਕੇ ਮੁਲਕ ਦੀ ਤਰੱਕੀ ਦਾ ਯਤਨ ਕੀਤਾ ਜਾ ਰਿਹਾ ਹੈ। ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਨੂੰ ਲੈ ਕੇ ਲੋਕਾਂ ਵਿੱਚ ਸਭ ਤੋਂ ਵੱਡਾ ਸਵਾਲ ਇਹੀ ਹੁੰਦਾ ਹੈ ਕਿ ਗਵਾਂਢੀਆਂ ਪ੍ਰਤੀ ਰਵੱਈਆ ਮੋਦੀ ਦਾ ਕੀ ਰਹੇਗਾ। ਪਰ ਨਰਿੰਦਰ ਮੋਦੀ ਨੇ ਆਪਣੀ ਪਹਿਲੀ ਪੌੜੀ ਵਿੱਚ ਹੀ ਇਹ ਸਾਫ਼ ਕਰ ਦਿੱਤਾ ਹੈ ਕਿ ਗੁਆਂਢੀਆਂ ਦੇ ਨਾਲ ਉਹਨਾਂ ਦੇ ਸੁਖਾਲੇ ਰਿਸ਼ਤੇ ਹੋਣਗੇ, ਸ਼ਰਤੇ ਮਾਹੌਲ ਦੋਹਾਂ ਪਾਸੇ ਦਾ ਸੁਖਾਲਾ ਹੋਵੇ। ਮੋਦੀ ਨੇ ਪਹਿਲ ਕਦਮੀ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਮੇਤ ਸਾਰਕ ਦੇਸ਼ਾਂ ਦੇ ਮੁਖੀਆਂ ਨੂੰ 26 ਮਈ ਨੂੰ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਨੇ ਇੱਥੇ ਦੱਸਿਆ ਕਿ ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੇ 26 ਮਈ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਲਈ ਸਾਰਕ ਦੇਸ਼ਾਂ ਦੇ ਮੁਖੀਆਂ ਨੂੰ ਪੱਤਰ ਲਿਖੇ ਨੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰ ਰਾਜਪਕਸੇ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ, ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ, ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਅਤੇ ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਅਬਦੁਲ ਗਯੂਮ ਨੂੰ ਸੱਦਾ ਪੱਤਰ ਭੇਜੇ ਗਏ ਨੇ। ਹਾਮਿਦ ਕਰਜ਼ਈ ਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਾਕਸੇ ਅਤੇ ਤੋਬਗੇ ਸਮੇਤ ਕੁਝ ਆਗੂਆਂ ਨੇ ਸ਼ਿਰਕਤ ਕਰਨ ਦੇ ਸੰਕੇਤ ਪਹਿਲਾਂ ਹੀ ਦੇ ਦਿੱਤੇ ਨੇ, ਪਰ ਹੋਰਨਾਂ ਆਗੂਆਂ ਵੱਲੋਂ ਹਜੇ ਕੋਈ ਸੰਕੇਤ ਨਹੀਂ ਆਏ।
ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹਿਲੀ ਵਾਰ ਵਿਦੇਸ਼ੀ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਮੋਦੀ ਸਰਕਾਰ ਦੀ ਇਸ ਪਹਿਲਕਦਮੀ ਨੂੰ ਵਿਦੇਸ਼ਾਂ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਵਿੱਚ ਵੀ ਵੱਖ-ਵੱਖ ਪਾਰਟੀਆਂ ਵੱਲੋਂ ਸਰਾਹਿਆ ਜਾ ਰਿਹਾ ਹੈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਾਰਕ ਆਗੂਆਂ ਖਾਸ ਕਰਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਇਹ ਕਦਮ ਦੋਹਾਂ ਮੁਲਕਾਂ ਵਿਚਲੇ ਵਜਮੀ ਗੱਲਬਾਤ ਸ਼ੁਰੂ ਕਰਨ ਦਾ ਮੁੱਢ ਬਣੇਗਾ। ਇੱਥੋਂ ਦੇ ਹੀ ਮੁੱਖ ਵਿਰੋਧੀ ਪਾਰਟੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਨੇਤਾ ਮਹਿਬੂਬਾ ਮੁਫਤੀ ਦਾ ਕਹਿਣਾ ਹੈ ਕਿ ਇਹ ਇੱਕ ਚੰਗਾ ਸੰਕੇਤ ਹੈ। ਇਹੀ ਨਹੀਂ, ਮਹਿਬੂਬਾ ਮੁਫਤੀ ਨੇ ਇਸ ਨੂੰ ਖੁਸ਼ਨੁਮਾ ਪਰ ਹੈਰਾਨਗੀ ਭਰਿਆ ਕਦਮ ਕਰਾਰ ਦਿੱਤਾ ਹੈ। ਹੁਰੀਅਤ ਕਾਨਫਰੰਸ ਦੇ ਨੇਤਾ ਮੀਰ ਵਾਇਸ ਉਮਰ ਫਾਰੂਕ ਨੇ ਵੀ ਇਸ ਦਾ ਸਵਾਗਤ ਕਰਦਿਆਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਾਰਥਕ ਗੱਲਬਾਤ ਸ਼ੁਰੂ ਕਰਨ ਦੀ ਉਮੀਦ ਜ਼ਾਹਿਰ ਕੀਤੀ ਹੈ। ਉਧਰ ਕਾਂਗਰਸ ਪਾਰਟੀ ਦੇ ਅਭਿਸ਼ੇਕ ਮਨੂ ਸਿੰਘਵੀ ਨੇ ਵੀ ਇਸ ਨੂੰ ਚੰਗੀ ਖਬਰ ਦੱਸਿਆ। ਇਸ ਤੋਂ ਇਲਾਵਾ ਨਰਿੰਦਰ ਮੋਦੀ ਨੇ ਸੂਬਿਆਂ ਦੇ ਨਾਲ ਵੀ ਆਪਣੇ ਰਿਸ਼ਤਿਆਂ ਨੂੰ ਸੁਖਾਲਾ ਕਰਨ ਦੀ ਲੜੀ ਤਹਿਤ ਸਾਰੇ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸਹੁੰ ਚੁੱਕ ਸਮਾਗਮ ਵਿੱਚ ਸੱਦਾ ਪੱਤਰ ਦੇਣ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਸੂਬਿਆਂ ਦੇ ਨਾਲ ਵੀ ਸੰਬੰਧ ਸੁਖਾਲੇ ਬਣਨ, ਇਸ ਦੇ ਲਈ ਵੀ ਮੋਦੀ ਸਰਕਾਰ ਵੱਲੋਂ ਸਾਰੇ ਹੀ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਪਾਰਟੀ ਸੂਤਰਾਂ ਮੁਤਾਬਿਕ ਨਾ ਸਿਰਫ ਗੈਰ ਕਾਂਗਰਸੀ ਮੁੱਖ ਮੰਤਰੀ ਜਿਵੇਂ ਜੈ ਲਲਿਤਾ, ਨਵੀਨ ਪਟਨਾਇਕ ਤੇ ਮਮਤਾ ਬੈਨਰਜੀ ਸਗੋਂ ਮੋਦੀ ਸਾਰੇ ਹੀ ਮੁੱਖ ਮੰਤਰੀਆਂ ਦੀ ਮੌਜੂਦਗੀ ਦੇ ਚਾਹਵਾਨ ਨੇ। ਸੂਤਰਾਂ ਮੁਤਾਬਿਕ ਇਹ ਮੋਦੀ ਦੀ ਟੀਮ ਇੰਡੀਆ ਬਣਾਉਣ ਦੇ ਯਤਨਾਂ ਦੀ ਸ਼ੁਰੂਆਤ ਹੈ। ਇਸ ਦੇ ਨਾਲ ਹੀ ਸੂਬਿਆਂ ਨੂੰ ਵੀ ਵਿਦੇਸ਼ੀ ਵਪਾਰ ਅਤੇ ਕਾਰੋਬਾਰ ਵਿੱਚ ਹਮਖਿਆਲ ਬਣਾਉਣ ਅਤੇ ਸਨਅਤ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਧਾਉਣ ਲਈ ਇਹ ਹੱਲਾਸ਼ੇਰੀ ਦਿੱਤੀ ਜਾਏਗੀ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਸਾਰੇ ਮੁੱਖ ਮੰਤਰੀਆਂ ਦੇ ਨਾਲ ਬਰਾਬਰ ਦਾ ਸਲੂਕ ਕਰਨਗੇ ਤੇ ਪਾਰਟੀ ਆਧਾਰ ਤੇ ਵਿਤਕਰਾ ਬਿਲਕੁਲ ਨਹੀਂ ਹੋਏਗਾ। ਟੀਮ ਇੰਡੀਆ ਲਈ ਨਰਿੰਦਰ ਮੋਦੀ ਦਾ ਨਜ਼ਰੀਆ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਸਪਸ਼ਟ ਹੈ। ਇਹ ਨਵੀਂ ਦਿੱਲੀ ਆਧਾਰਿਤ ਪ੍ਰਧਾਨ ਮੰਤਰੀ ਦੀ ਟੀਮ ਨਹੀਂ ਹੋਵੇਗੀ, ਸਗੋਂ ਇਸ ਵਿੱਚ ਮੁੱਖ ਮੰਤਰੀ ਅਤੇ ਉਹਨਾਂ ਦੇ ਬਰਾਬਰ ਦੀਆਂ ਸਾਰੀਆਂ ਹਸਤੀਆਂ ਸ਼ਾਮਿਲ ਹੋਣਗੀਆਂ। ਇਸ ਜ਼ਰੀਏ ਨਾ ਕੇਵਲ ਕੇਂਦਰ ਰਾਜ ਸੰਬੰਧਾਂ ਨੂੰ ਬਲ ਮਿਲੇਗਾ, ਸਗੋਂ ਸੂਬਿਆਂ ਦਰਮਿਆਨ ਝਗੜੇ ਨਿਪਟਾਉਣ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਿੱਚ ਵੀ ਤੇਜ਼ੀ ਆਏਗੀ। ਮੋਦੀ ਦਾ ਇੰਡੀਆ। ਜੀ ਹਾਂ, ਸਾਡੀ ਖਾਸ ਪੇਸ਼ਕਸ਼ ਲਗਾਤਾਰ ਜਾਰੀ ਹੈ, ਪਰ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਦੇਸ਼ ਦੀ ਜਨਤਾ ਨੇ ਭਾਜਪਾ ਦੀ ਸਰਕਾਰ ਨੂੰ ਜਾਦੂਈ ਆંકੜਿਆਂ ਤੋਂ ਵੱਧ ਹਿਮਾਇਤ ਦੇ ਕੇ ਇੱਕ ਸਥਿਰ ਸਰਕਾਰ ਦਾ ਮੁੱਢ ਬੰਨਿਆ। ਪਰ ਇਸ ਸਰਕਾਰ ਨਾਲ ਜਨਤਾ ਦੀਆਂ ਉਮੀਦਾਂ ਵੀ ਜੁੜੀਆਂ ਹੋਈਆਂ ਨੇ ਅਤੇ ਮੋਦੀ ਕਿਸ ਤਰ੍ਹਾਂ ਆਮ ਆਦਮੀ ਦੀਆਂ ਉਮੀਦਾਂ ਪੂਰੀਆਂ ਕਰਦੇ ਨੇ ਅਤੇ ਮੁਸ਼ਕਲਾਂ ਨੂੰ ਦੂਰ ਕਰਦੇ ਨੇ, ਇਹ ਵੇਖਣਾ ਕਾਫੀ ਦਿਲਚਸਪ ਰਹਿਣ ਵਾਲਾ ਹੈ, ਕਿਉਂਕਿ ਲੋਕਾਂ ਨੂੰ ਹੁਣ ਇੰਤਜ਼ਾਰ ਹੈ ਚੰਗੇ ਦਿਨਾਂ ਦੇ ਆਉਣ ਦਾ। ਨਰਿੰਦਰ ਮੋਦੀ ਜਦ ਪ੍ਰਧਾਨ ਮੰਤਰੀ ਦਾ ਕਾਰਜਭਾਰ ਸਾਂਭਣਗੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਕੁਝ ਮੁੱਦਿਆਂ ਤੇ ਕੰਮ ਕਰਨਾ ਹੋਵੇਗਾ। ਇਸ ਦੀ ਇੱਕ ਸੂਚੀ ਪੀਐਮਓ ਵੱਲੋਂ ਤਿਆਰ ਕੀਤੀ ਗਈ ਹੈ। ਹਾਲਾਂਕਿ ਅਜਿਹੀ ਸੂਚੀ ਹਰ ਪ੍ਰਧਾਨ ਮੰਤਰੀ ਦੇ ਲਈ ਤਿਆਰ ਕੀਤੀ ਜਾਂਦੀ ਹੈ। ਨਰਿੰਦਰ ਮੋਦੀ ਦਾ ਏਜੰਡਾ ਨੰਬਰ 1। ਨਰਿੰਦਰ ਮੋਦੀ ਦੇ ਏਜੰਡੇ ਦੇ ਵਿੱਚ ਵੱਧਦੀ ਮਹਿੰਗਾਈ ਹੋਵੇਗੀ। ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧਣਾ ਕਾਂਗਰਸ ਦੀ ਸਰਕਾਰ ਦੇ ਜਾਣ ਦੀ ਮੁੱਖ ਵਜ੍ਹਾ ਰਹੀ ਹੈ। ਕੀਮਤਾਂ ਨੂੰ ਘਟਾਉਣਾ ਬੀਜੇਪੀ ਦੇ ਮੈਨੀਫੈਸਟੋ ਦੇ ਵਿੱਚ ਸ਼ਾਮਿਲ ਰਿਹਾ ਹੈ। ਪਾਰਟੀ ਨੂੰ ਉਮੀਦ ਹੈ ਕਿ ਮਹਿੰਗਾਈ ਨੂੰ ਘਟਾ ਕੇ ਉਹ ਆਪਣੇ ਕੋਰ ਵੋਟਰ ਯਾਨੀ ਮਿਡਲ ਕਲਾਸ ਨੂੰ ਖੁਸ਼ ਕਰ ਪਾਏਗੀ। ਮੋਦੀ ਦਾ ਏਜੰਡਾ ਨੰਬਰ 2। ਮੋਦੀ ਦੇ ਏਜੰਡੇ ਦੇ ਵਿੱਚ ਨਵਾਂ ਬਜਟ ਬਣਾਉਣਾ ਹੋਵੇਗਾ। ਨਵੀਂ ਸਰਕਾਰ ਨੂੰ ਕੰਮਕਾਜ ਸ਼ੁਰੂ ਕਰਨ ਦੇ ਕੁਝ ਹੀ ਸਮੇਂ ਬਾਅਦ ਬਜਟ ਪੇਸ਼ ਕਰਨਾ ਹੋਵੇਗਾ। ਪੀਐਮਓ ਨੇ ਨਵੇਂ ਬਜਟ ਦੇ ਲਈ ਕੁਝ ਜ਼ਰੂਰੀ ਇਨਪੁਟਸ ਤਿਆਰ ਕੀਤੇ ਨੇ, ਜਿਨ੍ਹਾਂ ਤੋਂ ਨਵੇਂ ਵਿੱਤ ਮੰਤਰੀ ਨੂੰ ਬਜਟ ਬਣਾਉਣ ਦੇ ਵਿੱਚ ਮਦਦ ਮਿਲੇਗੀ। ਮੋਦੀ ਦਾ ਏਜੰਡਾ ਨੰਬਰ 3। ਮੋਦੀ ਦੇ ਏਜੰਡੇ ਤੇ ਅਤਵਾਦ ਅਤੇ ਨਕਸਲਵਾਦ ਹੋਵੇਗਾ। ਮੰਨਿਆ ਜਾਂਦਾ ਹੈ ਕਿ ਅਤਵਾਦ ਅਤੇ ਨਕਸਲਵਾਦ ਤੇ ਨਕੇਲ ਕੱਸਣਾ ਨਰਿੰਦਰ ਮੋਦੀ ਦੀਆਂ ਪ੍ਰਾਥਮਿਕਤਾਵਾਂ ਦੇ ਵਿੱਚੋਂ ਇੱਕ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਨਵੀਂ ਸਰਕਾਰ ਅਤਵਾਦ ਅਤੇ ਨਕਸਲਵਾਦ ਦੇ ਖਿਲਾਫ ਸਖਤ ਨੀਤੀ ਅਪਣਾ ਸਕਦੀ ਹੈ। ਨਵੀਂ ਸਰਕਾਰ ਸੂਬਾ ਸਰਕਾਰਾਂ ਨੂੰ ਨਕਸਲਵਾਦੀਆਂ ਤੋਂ ਨਜਿੱਠਣ ਦੇ ਲਈ ਜ਼ਿਆਦਾ ਸਹਾਇਤਾ ਵੀ ਮੁਹੱਈਆ ਕਰਵਾ ਸਕਦੀ ਹੈ। ਮੋਦੀ ਦਾ ਏਜੰਡਾ ਨੰਬਰ 4। ਮੋਦੀ ਦੇ ਏਜੰਡੇ ਦੇ ਵਿੱਚ ਮਹੱਤਵਪੂਰਨ ਅਹੁਦਿਆਂ ਤੇ ਨਿਯੁਕਤੀ ਹੋਵੇਗੀ। ਨਵੀਂ ਸਰਕਾਰ ਨੂੰ ਪਹਿਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਕਈ ਮਹੱਤਵਪੂਰਨ ਅਹੁਦਿਆਂ ਤੇ ਅਧਿਕਾਰੀਆਂ ਨੂੰ ਨਿਯੁਕਤ ਕਰਨਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਨੌਕਰਸ਼ਾਹੀ ਦੇ ਵਿੱਚ ਵੱਡਾ ਫੇਰ-ਬਦਲ ਕੀਤਾ ਜਾਵੇਗਾ। ਮੋਦੀ ਦਾ ਏਜੰਡਾ ਨੰਬਰ 5। ਮੋਦੀ ਦੇ ਏਜੰਡੇ ਦੇ ਵਿੱਚ ਸਾਰੇ ਮੰਤਰਾਲਿਆਂ ਨੂੰ ਮਹੱਤਵ ਦੇਣ ਦੀ ਕੋਸ਼ਿਸ਼ ਹੋਵੇਗੀ। ਪੀਐਮਓ ਨੇ ਹਰ ਇੱਕ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਉਹਨਾਂ ਵਿਸ਼ਿਆਂ ਦੀ ਸੂਚੀ ਤਿਆਰ ਕਰੇ ਜਿਨ੍ਹਾਂ ਨੂੰ ਉਹ ਸਭ ਤੋਂ ਜ਼ਰੂਰੀ ਮੰਨਦੇ ਨੇ, ਜਿਸ ਤੋਂ ਬਾਅਦ ਉਸ ਦਾ ਅਧਿਐਨ ਪ੍ਰਧਾਨ ਮੰਤਰੀ ਖੁਦ ਕਰਨਗੇ। ਮੋਦੀ ਦਾ ਏਜੰਡਾ ਨੰਬਰ 6। ਵਾਜਪੇਈ ਸਰਕਾਰ ਦੀ ਸਫਲਤਾ ਦਾ ਇੱਕ ਵੱਡਾ ਕਾਰਨ ਡਿਸਇਨਵੈਸਟਮੈਂਟ ਸੀ।
ਮਨਮੋਹਨ ਸਰਕਾਰ ਦੌਰਾਨ ਇਸ ਦੇ ਵਿੱਚ ਠਹਿਰਾ ਜਿਹਾ ਆ ਗਿਆ। ਹੁਣ ਨਰਿੰਦਰ ਮੋਦੀ ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਪਬਲਿਕ ਸੈਕਟਰ ਦੇ ਕੁਝ ਖੇਤਰਾਂ ਦੇ ਵਿੱਚ ਡਿਸਇਨਵੈਸਟਮੈਂਟ ਕੀਤੀ ਜਾਵੇ। ਮੋਦੀ ਦਾ ਏਜੰਡਾ ਨੰਬਰ 7। ਕਈ ਮਹੱਤਵਪੂਰਨ ਬਿੱਲ ਜਿਵੇਂ ਲੋਕਪਾਲ ਅਤੇ ਮਹਿਲਾ ਰਾਖਵਾਂਕਰਨ ਬਿੱਲ यूपीए ਸਰਕਾਰ ਦੇ ਵਿੱਚ ਪਾਸ ਨਹੀਂ ਹੋ ਸਕੇ ਸਨ। ਮੋਦੀ ਸਰਕਾਰ ਨੂੰ ਇਹਨਾਂ ਸਾਰਿਆਂ ਬਿੱਲਾਂ ਤੇ ਨਵੇਂ ਸਿਰੇ ਤੋਂ ਵਿਚਾਰ ਕਰਨਾ ਹੋਵੇਗਾ। ਮੋਦੀ ਦਾ ਏਜੰਡਾ ਨੰਬਰ 8। ਮਨਮੋਹਨ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਦੇ ਵਿੱਚ 78 GOMs ਅਤੇ 16 EGOMs ਵਰਗੇ ਮੰਤਰੀ ਸਮੂਹ ਬਣਾਏ ਸਨ। ਇਹਨਾਂ ਦੇ ਵਿੱਚੋਂ 9 EGMs ਨੇ ਆਪਣੀ ਰਿਪੋਰਟ ਤੱਕ ਨਹੀਂ ਦਿੱਤੀ ਸੀ। ਰਿਪੋਰਟ ਨਾ ਦੇਣ ਵਾਲੇ GOMs ਦੀ ਸੰਖਿਆ ਵੀ ਘੱਟ ਨਹੀਂ ਸੀ। ਮੋਦੀ ਸਰਕਾਰ ਇਸ ਫੰਡੇ ਤੋਂ ਬਚਣ ਦੀ ਕੋਸ਼ਿਸ਼ ਕਰੇਗੀ। ਮੋਦੀ ਦਾ ਏਜੰਡਾ ਨੰਬਰ 9। ਪ੍ਰਦੇਸ਼ਾਂ ਦੇ ਰਾਜਪਾਲਾਂ ਨੂੰ ਬਦਲਿਆ ਜਾਵੇਗਾ ਜਾਂ ਨਹੀਂ, ਮੋਦੀ ਸਰਕਾਰ ਦੇ ਸਾਹਮਣੇ ਇਹ ਵੱਡਾ ਸਵਾਲ ਹੋਵੇਗਾ। ਗੌਰਤਲਬ ਹੈ ਕਿ 2 ਜੂਨ ਨੂੰ ਤੇਲੰਗਾਨਾ ਦੇ ਰੂਪ ਦੇ ਵਿੱਚ ਇੱਕ ਨਵਾਂ ਸੂਬਾ ਬਣ ਜਾਵੇਗਾ। ਮੋਦੀ ਦਾ ਏਜੰਡਾ ਨੰਬਰ 10। 21 ਕਮੇਟੀਆਂ ਤੇ ਕਈ ਵਿਭਾਗਾਂ ਦੇ ਮੁੜ ਗਠਨ ਦਾ ਸਵਾਲ ਵੀ ਅਹਿਮ ਹੋਵੇਗਾ। ਇਕਨੋਮਿਕ ਐਡਵਾਈਜ਼ਰੀ ਕਾਉਂਸਲ ਤੇ ਡਿਜ਼ਾਸਟਰ ਮੈਨੇਜਮੈਂਟ ਕਮੇਟੀ ਤੇ ਵੀ ਫੈਸਲਾ ਲੈ ਸਕਦੇ ਨੇ ਨਰਿੰਦਰ ਮੋਦੀ। भाइयों बहनों, ये लोकतंत्र का मंदिर है और हम सब लोकतंत्र के इस मंदिर में बैठ करके पूरी पवित्रता के साथ पद के लिए नहीं, 125 करोड़ देशवासियों की आशा आकांक्षाओं को हम समेट करके बैठे हैं और इसलिए पदभार जीवन में बहुत बड़ी बात होती है, ऐसा मैंने कभी माना नहीं है, लेकिन कार्यभार, जिम्मेवारी, ये सबसे बड़ी बात होती है। जिस वेले 16वीं लोक सभा चोणां दा अमल चल रहा सी, वोटां पैण वालियां सन और उदों जोर शोर नाल इस गल दा प्रचार किया जा रहा सी कि जे मोदी सरकार सत्ता विच आउंदी है, नरेंद्र मोदी प्रधानमंत्री दे अहुदे ते बैठदे हन तां पाकिस्तान नाल रिश्ते सुधरन दी बजाय होर विगड़ सकदे हन। पर हुण जदों कि नरेंद्र मोदी वालों नवाज शरीफ नूं उन्हां दे सौं चुक समागम दे विच शामिल होने का सੱਦਾ दिता गया है तो एक होर वड्डा साइन सामने आया है कि ये रिश्ते विगड़ नहीं सकते बल्कि होर सुधर सकते हैं। इस बारे गलबात करनी इस वेले मेरे नाल राजेश सेतिया हैं जिहड़े कि जनरल सैकटरी हैं अमृतसर एक्सपोर्टर चैंबर ऑफ कॉमर्स दे। और खास गल ये कि पाकिस्तान नाल लंबे समय तो इन्हां दा वपार चल रहा है, वैसे तो होर देशों नाल भी है पर ज़्यादातर इन्हां दा वपार पाकिस्तान नाल हो रहा है। इस बारे गलबात करांगे उन्हां नाल। राजेश जी, तुसीं सब तो पहले दसो कि ये जिहड़ा सੱਦਾ दिता गया इसनूं तुसीं किस नज़रिए नाल वेखदे हो? ਇਹਦਾ ਅਸੀਂ ਬਹੁਤ ਪੋਜ਼ਿਟਿਵ ਵੇ ਨਾਲ ਦੇਖ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਟ੍ਰੇਡ ਵਾਲੇ ਸਾਰੇ ਚਾਹੁੰਦੇ ਕਿ ਪਾਕਿਸਤਾਨ ਨਾਲ ਸਾਡੇ ਰਿਲੇਸ਼ਨਸ ਅੱਛੇ ਹੋਣ, ਪਾਕਿਸਤਾਨ ਵੀ ਨੇਕ ਨੀਤੀ ਨਾਲ ਸਾਰੇ ਐਕਸ਼ਨਸ ਲਵੇ। ਮੋਦੀ ਜੀ ਦੇ ਆਉਣ ਤੇ ਸਾਨੂੰ ਕਾਫੀ ਉਮੀਦ ਹੈ ਕਿ ਪਾਕਿਸਤਾਨ ਸਹੀ ਤਰੀਕੇ ਨਾਲ ਚੱਲੇਗਾ। ਕੀ ਲੱਗਦਾ ਜੀ ਤੁਹਾਨੂੰ, ਕਿਉਂਕਿ ਤੁਸੀਂ ਖੁਦ ਇੱਕ ਵਪਾਰੀ ਹੋ, ਉਸ ਨਜ਼ਰੀਏ ਨਾਲ ਤੁਸੀਂ ਦੇਖ ਰਹੇ ਹੋ ਜੋ ਆਵਾਮ ਜੋ ਚਾਹੁੰਦੀ ਹੈ, ਕਿਉਂਕਿ ਉਹ ਜਿਹੜੇ ਲੀਡਰਾਂ ਸਨ ਦੋਨਾਂ ਦੇਸ਼ਾਂ ਦੇ, ਉਹ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਦੋਸ਼ੀ ਮੰਨੇ ਜਾਂਦੇ ਸਨ ਕਿ ਉਹ ਇੱਕ ਦੂਜੇ ਨੂੰ ਮਿਲਣ ਨਹੀਂ ਦਿੰਦੇ, ਕਸ਼ਮੀਰ ਮੁੱਦਾ ਜਾਂ ਕੋਈ ਹੋਰ ਮੁੱਦੇ ਵਿੱਚ ਘਸੀਟ ਕੇ ਉਹ ਦੂਰੀਆਂ ਵਧਾ ਦਿੰਦੇ ਸਨ। ਤੇ ਹੁਣ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਪੋਲੀਟੀਕਲ ਲੈਵਲ ਤੇ ਇੱਕ ਪੋਲੀਟੀਕਲ ਵਿਲ ਜਿਹੜੀ ਨਜ਼ਰ ਆ ਰਹੀ ਹੈ? ਇੱਕ ਮੋਦੀ ਦਾ ਫੁੱਲ ਮੈਜੋਰਟੀ ਨਾਲ ਬੀਜੇਪੀ ਦਾ ਪਾਵਰ ਚਾਹਨਾ ਇੱਕ ਆਪਣੇ ਆਪ 'ਚ ਬਹੁਤ ਅੱਛਾ ਸਾਈਨ ਹੈ। ਔਰ ਨਵਾਜ਼ ਸ਼ਰੀਫ ਵੀ ਪੁਰਾਣੇ ਪੋਲੀਟੀਸ਼ੀਅਨ ਹੈ ਤੇ ਸਾਨੂੰ ਉਮੀਦ ਹੈ ਦੋਨੋਂ ਲੀਡਰਸ ਮਿਲ ਕੇ ਇੰਡੀਆ ਤੇ ਪਾਕਿਸਤਾਨ ਦਾ ਟ੍ਰੇਡ ਵਾਸਤੇ ਵੀ ਬਹੁਤ ਅੱਛਾ ਹੀ ਮਤਲਬ ਮਾਹੌਲ ਬਣਾਉਣਗੇ। ਔਰ ਜਿਹੜਾ ਕਿ ICP ਤੋਂ ਟ੍ਰੇਡ ਹੋ ਰਹੀ ਹੈ, ਟ੍ਰੇਡ ਡੇ ਬਾਈ ਡੇ ਵੱਧ ਰਹੀ ਹੈ, ਇਹ ਹੋਰ ਵਧੇਗੀ ਕਿ ਲੋਕਾਂ ਨੂੰ ਟਾਈਮ ਹੀ ਨਹੀਂ ਮਿਲੇਗਾ ਹੋਰ ਕੁਝ ਸੋਚਣ ਦਾ। ਐਸੀ ਉਮੀਦ ਨਾਲ ਅਸੀਂ ਸਾਰਾ ਸਟੈਪ ਲੈ ਰਹੇ ਹਾਂ। ਨਵਾਜ਼ ਸ਼ਰੀਫ ਜਿਨ੍ਹਾਂ ਦਾ ਕਿ ਬੜਾ ਗੂੜਾ ਸੰਬੰਧ ਹੈ, ਖਾਸ ਤੌਰ ਤੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਗੱਲ ਕਰੀਏ, ਜਾਤੀ ਉਮਰਾ ਉਹਨਾਂ ਦਾ ਪਿੰਡ ਹੈ, ਹਾਂਜੀ, ਤੇ ਉਸ ਨਜ਼ਰੀਏ ਨਾਲ ਤੁਹਾਨੂੰ ਕੀ ਲੱਗਦਾ ਕਿ ਅੰਮ੍ਰਿਤਸਰ ਤੇ ਖਾਸ ਤੌਰ ਤੇ ICP ਤੇ ਕਿਹੋ ਜਿਹਾ ਫੋਕਸ ਰਹਿਣ ਵਾਲਾ ਹੈ? ਆਲਰੇਡੀ ਇੰਨੀ ਜ਼ਿਆਦਾ ਆਈਟਮਸ ਵੱਧ ਚੁੱਕੀਆਂ ਇੰਡੀਆ ਪਾਕਿਸਤਾਨੋਂ ਕਾਫੀ ਮਾਲ ਆ ਰਿਹਾ, ਇੰਪੋਰਟਸ ਕਾਫੀ ਹੈ, ਐਕਸਪੋਰਟਸ ਦੀ ਆਈਟਮ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਅਸੀਂ ਚਾਹੁੰਦੇ ਹਾਂ ਕਿ ICP ਤੋਂ ਡੇ ਐਂਡ ਨਾਈਟ ਕੰਮ ਚੱਲੇ, ਇੰਨੀ ਟ੍ਰੇਡ ਵੱਧ ਜਾਏ। ਔਰ ਪੂਰੀ ਉਮੀਦ ਹੈ ਟ੍ਰੇਡ ਕਾਫੀ ਵਧੇਗੀ।
ਹੁਣ ਜਦੋਂ ਕਿ ਨਵਾਜ਼ ਸ਼ਰੀਫ ਨੂੰ ਸੱਦਾ ਦਿੱਤਾ ਗਿਆ ਹੈ, ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਗਿਆ ਹੈ, ਜ਼ਾਹਿਰ ਤੌਰ ਤੇ ਅੱਛਾ ਨਤੀਜੇ ਇਸ ਦੇ ਸਾਹਮਣੇ ਆਉਣਗੇ ਤੇ ਤੁਹਾਨੂੰ ਲੱਗਦਾ ਕਿ ਹੁਣ ਉਹ ਸਟੇਟਸ ਜਿਹੜਾ ਮਿਲ ਸਕਦਾ ਹੈ? ਆਲਰੇਡੀ ਤਕਰੀਬਨ ਹਰ ਤਰ੍ਹਾਂ ਦੀ ਆਈਟਮ ਦਾ ਟ੍ਰੇਡ ਹੋ ਰਿਹਾ ਹੈ। ਅਗਰ MFN ਦਾ ਮਿਲਦਾ ਹੈ, ਡਿਊਟੀਜ਼ ਵੀ ਇਸ ਵਕਤ ਕਾਫੀ ਘੱਟ ਹੈ। ਅਗਰ MFN ਨਹੀਂ ਵੀ ਮਿਲੇ, ਮੇਰੇ ਖਿਆਲ ਪੋਜ਼ਿਟਿਵ ਅਪਰੋਚ ਰਵੇ ਦੋਨੇ ਮੁਲਕਾਂ ਦੀ ਤੇ ਕੋਈ ਪ੍ਰੋਬਲਮ ਨਹੀਂ ਹੈ ਟ੍ਰੇਡ। ਤੇ ਹੁਣ ਸਿੱਧਾ ਗੱਲ ਕਰਦੇ ਹਾਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਦੀ ਵੋਟ ਸਦਕਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ। ਜੀ ਹਾਂ, ਉਹ ਜਨਤਾ ਜਿਸ ਨੇ ਭਾਜਪਾ ਨੂੰ ਬਹੁਮਤ ਦਿਵਾਇਆ। ਆਮ ਆਦਮੀ ਤੋਂ ਹੀ ਜਾਣਦੇ ਹਾਂ ਕਿ ਆਪਣੀ ਨਵੀਂ ਚੁਣੀ ਹੋਈ ਸਰਕਾਰ ਤੋਂ ਉਹਨਾਂ ਨੂੰ ਕੀ ਉਮੀਦਾਂ ਨੇ। ਜਿਸ ਹਿਸਾਬ ਨਾਲ ਨਰਿੰਦਰ ਮੋਦੀ ਜੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਤੇ ਉਹਨਾਂ ਤੋਂ ਆਸਾਂ ਨੇ ਤੇ ਸਾਨੂੰ 100% ਆਸ ਹੈ ਵੀ ਉਹ ਜਿਹੜੀ ਮਹਿੰਗਾਈ ਹੈ ਤੇ ਭ੍ਰਿਸ਼ਟਾਚਾਰ ਕਰਪਸ਼ਨ ਸਾਰੀ ਖਤਮ ਕਰਨਗੇ। ਪਹਿਲਾਂ ਤਾਂ ਇਹ ਗੱਲ ਆ ਵੀ ਕਾਫੀ ਚਿਰ ਬਾਅਦ ਓਪੋਜੀਸ਼ਨ ਜਿਹੜੀ ਪਾਰਟੀ ਆ ਨਾ ਸਟਰੈਂਥ ਵਿੱਚ ਆਈ, ਫੁੱਲ ਮੈਜੋਰਟੀ ਦੇ ਵਿੱਚ ਆਈ ਹੈ। ਇਹ ਬੜਾ ਪਲੱਸ ਪੁਆਇੰਟ ਹੈ। ਇਹਦੇ ਨਾਲ ਉਹਨੇ ਆਪਣੀ ਜਿਹੜੀਆਂ ਪਾਲਿਸੀਆਂ ਬੜੀ ਸਹੀ ਤਰੀਕੇ ਨਾਲ ਲਾਗੂ ਕਰ ਸਕਣਗੇ, ਆਪਣਾ ਡਿਸੀਜਨ ਸਹੀ ਲੈ ਸਕਣਗੇ, ਬਾਹਰਲੇ ਮੁਲਕਾਂ ਨਾਲ ਵੀ ਡਿਸੀਜਨ ਲੈ ਸਕਣਗੇ। ਸਾਨੂੰ ਆਸ ਹੈ ਵੀ ਇਹਦਾ ਫਾਇਦਾ ਹੋਊਗਾ। ਸਾਨੂੰ ਤਾਂ ਮੇਨ ਆ ਵੀ ਸਾਡਾ ਪੰਜਾਬ ਦਾ ਸਿਰ ਜਿਹੜਾ ਸਹੀ ਹੋ ਜਾਵੇ, ਪੰਜਾਬ ਦੇ ਸਿਰ ਕਰਜ਼ਾ ਜੋ ਲੱਥਿਆ ਵਾ ਜਾਂ ਪੰਜਾਬ ਦਾ ਉਹ ਠੀਕ ਹੋ ਜਾਵੇ। ਬਾਕੀ ਫੋਰਨ ਪਾਲਿਸੀ ਠੀਕ ਹੋ ਜਾਵੇ, ਨਸ਼ਿਆਂ ਵਾਲਾ ਕੰਮ ਬੰਦ ਹੋ ਜਾਵੇ, ਮਹਿੰਗਾਈ ਸਭ ਨਾਲੋਂ ਬੜੀ ਗੱਲ ਉਹ ਘੱਟ ਹੋ ਜਾਵੇ। ਪੰਜਾਬੀਆਂ ਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਪਹਿਲੀ ਵਾਰੀ ਜਿਹੜੀ ਬੀਜੇਪੀ ਹੈ ਇੰਨੀ ਮਾਤਰਾ ਵਿੱਚ ਸੀਟਾਂ ਲੈ ਕੇ ਸਰਕਾਰ ਬਣਾਉਣ ਜਾ ਰਹੀ ਹੈ। ਤੇ ਸਭ ਤੋਂ ਵੱਡਾ ਜਿਹੜਾ ਮਸਲਾ ਮਹਿੰਗਾਈ ਦਾ, ਬੇਰੁਜ਼ਗਾਰੀ ਦਾ, ਦੋ ਗੱਲਾਂ ਜੇਕਰ ਹੱਲ ਹੋ ਜਾਣ ਤਾਂ ਦੇਸ਼ ਤਰੱਕੀ ਕਰ ਸਕਦਾ ਹੈ। ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨਾ ਸਾਨੂੰ ਪਹਿਲੇ ਨੰਬਰ ਤੇ ਤਾਂ ਅਸੀਂ ਸੋਚਦੇ ਹਾਂ ਕਿ ਮਹਿੰਗਾਈ ਕਮ ਹੋਊਗੀ, ਘੱਟ ਹੋਊਗੀ ਤੇ ਅੱਗੇ ਤੋਂ ਅੱਗੇ ਜਿਹਦਾ ਭ੍ਰਿਸ਼ਟਾਚਾਰ ਕਾਂਗਰਸ ਨੇ ਫੈਲਾਇਆ ਹੋਇਆ ਸੀ ਉਹ ਘੱਟ ਹੋਊਗਾ। ਘੱਟ ਕੇ ਮਤਲਬ ਜਿਸ ਤਰ੍ਹਾਂ ਦੀ ਮੋਦੀ ਸਾਹਿਬ ਦੀ ਸੋਚ ਹੈ ਉਸ ਹਿਸਾਬ ਨਾਲ ਭ੍ਰਿਸ਼ਟਾਚਾਰ ਨੂੰ ਪੂਰੀ ਉਹ ਨੱਥ ਪਾਉਣਗੇ। ਜੋ ਸਾਡੇ ਵਰਗੇ ਮੱਧ ਵਰਗ ਦੇ ਲੋਕ ਹੈ ਸਭ ਤੋਂ ਵੱਧ ਉਹਨਾਂ ਨੂੰ ਮਹਿੰਗਾਈ ਦੀ ਮਾਰ ਪੈਂਦੀ ਹੈ, ਉਹ ਮਹਿੰਗਾਈ ਨੂੰ ਦੂਰ ਕਰਨਗੇ ਔਰ ਪੰਜਾਬ ਨੂੰ ਜਿਹੜਾ ਵਿੱਤੀ ਸੰਕਟ ਜਿਹੜਾ ਇਹਦੇ ਚੱਲਦਾ ਪਿਆ ਹੈ, ਕਾਂਗਰਸ ਜਿਹੜੀ ਧੱਕਾ ਕਰਦੀ ਸੀ ਪੰਜਾਬ ਦੇ ਨਾਲ, ਵਿਤਕਰਾ ਕਰਦੀ ਸੀ, ਉਹ ਦੂਰ ਕਰਨਗੇ। ਦੇਖੋ 2 ਮਹੀਨੇ ਤੋਂ ਲਗਾਤਾਰ ਇਲੈਕਸ਼ਨ ਦਾ ਦੌਰ ਚੱਲਦਾ ਰਿਹਾ। ਮੋਦੀ ਸਾਹਿਬ ਦਾ 2 ਮਹੀਨੇ ਤੋਂ ਹੀ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਨਿਸ਼ਚਿਤ ਲੋਕਾਂ ਦੇ ਵਿੱਚ ਰਿਹਾ ਤੇ ਲੋਕਾਂ ਨੇ ਉਸ ਚੀਜ਼ ਨੂੰ ਪੂਰੇ ਵਿਸ਼ਵਾਸ ਨਾਲ, ਟੱਲ ਵਿਸ਼ਵਾਸ ਨਾਲ ਪੂਰੀ ਜਿੱਤ ਮੋਦੀ ਜੀ ਨੂੰ ਦਿੱਤੀ ਹੈ। ਹੁਣ ਮੋਦੀ ਉੱਤੇ ਪੂਰੇ ਦੇਸ਼ ਨੂੰ ਬਹੁਤ ਬੜੀਆਂ ਉਮੀਦਾਂ ਹੈ। ਪੰਜਾਬ ਨੂੰ ਖਾਸ ਕਰਕੇ ਜੋ ਪੰਜਾਬ ਦੀ ਸਥਿਤੀ ਹੁਣ ਤੱਕ ਕਾਂਗਰਸ ਨੇ ਵਿੱਤੀ ਤੇ ਹੋਰ ਬਹੁਤ ਮੁੱਦਿਆਂ ਤੇ ਕੀਤੀ, ਉਸ ਮੁੱਦਿਆਂ ਨੂੰ ਲੈ ਕੇ ਹੁਣ ਬਾਦਲ ਸਾਹਿਬ ਮੋਦੀ ਸਾਹਿਬ ਕੋਲ ਪਹੁੰਚ ਰਹੇ ਆ ਅਤੇ ਮੋਦੀ ਸਾਹਿਬ ਉਹ ਕਾਂਗਰਸ ਦੀਆਂ ਕੀਤੀਆਂ ਹੋਈਆਂ ਵਧੀਕੀਆਂ ਤੇ ਉਹਨਾਂ ਨੂੰ ਸਹੀ ਰੂਪ ਦੇ ਵਿੱਚ ਲਿਆ ਕੇ ਪੰਜਾਬ ਨੂੰ ਜੋ ਲਾਭ ਦੇਣ ਜਾ ਰਹੇ ਆ, ਉਹ ਪੰਜਾਬ ਨੂੰ ਬਹੁਤ ਉਮੀਦ ਹੈ। ਸਾਨੂੰ ਵੀ ਉਮੀਦ ਹੈ ਕਿ ਮੋਦੀ ਸਾਹਿਬ ਵਾਜਪਾਈ ਦੀ ਤਰ੍ਹਾਂ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਵਿੱਤੀ ਜੋ ਇਹਦਾ ਸੰਕਟ ਹੈ ਉਹ ਵੀ ਸਹੀ ਰੂਪ ਦੇ ਵਿੱਚ ਲਿਆਉਣਗੇ ਅਤੇ ਲੋਕਾਂ ਦੀਆਂ ਜੋ ਉਮੀਦਾਂ ਸੈਂਟਰ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਉਹ ਵੱਧ ਤੋਂ ਵੱਧ ਪੰਜਾਬ ਨੂੰ ਦਿੱਤੀਆਂ ਜਾਣਗੀਆਂ। ਸੋ ਲੋਕਾਂ ਵੱਲੋਂ ਲੋਕਾਂ ਲਈ ਹੀ ਚੁਣੀ ਗਈ ਇਸ ਸਰਕਾਰ ਤੋਂ ਜਨਤਾ ਨੂੰ ਬਹੁਤ ਉਮੀਦਾਂ ਲੱਗੀਆਂ ਹੋਈਆਂ ਨੇ ਤੇ ਜਨਤਾ ਇਹ ਵੀ ਜਾਣਦੀ ਹੈ ਕਿ ਇਹ ਕੋਈ ਜਾਦੂਈ ਚਿਰਾਗ ਨਹੀਂ ਕਿ ਹਰ ਮੁਸ਼ਕਿਲ ਨੂੰ ਫੌਰਨ ਹੱਲ ਕਰ ਲਿਆ ਜਾਏ। ਪਰ ਮੋਦੀ ਦੇ ਜਜ਼ਬੇ ਅੱਗੇ ਮੁਸ਼ਕਿਲਾਂ ਦਾ ਹੱਲ ਹੋਣਾ ਵੀ ਕੋਈ ਨਵੀਂ ਗੱਲ ਨਹੀਂ। ਮੋਦੀ ਵੀ ਟੀਮ ਇੰਡੀਆ ਬਣਾ ਕੇ ਜਿੱਥੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਗੱਲ ਕਰ ਰਹੇ ਨੇ, ਉੱਥੇ ਸੂਬਿਆਂ ਨੂੰ ਨਾਲ ਲੈ ਕੇ ਦੇਸ਼ ਦੇ ਸਰਵਪੱਖੀ ਵਿਕਾਸ ਦੀ ਵੀ ਗੱਲ ਕਰਦੇ ਨਜ਼ਰ ਆ ਰਹੇ ਨੇ। ਤੇ ਆਉਣ ਵਾਲੇ ਦਿਨ ਹੁਣ ਕਿੰਨੇ ਚੰਗੇ ਸਾਬਿਤ ਹੁੰਦੇ ਨੇ, ਇਸ ਦਾ ਸਭ ਨੂੰ ਇੰਤਜ਼ਾਰ ਹੈ। ਤਾਂ ਫਿਲਹਾਲ ਇਸੇ ਇੰਤਜ਼ਾਰ ਦੇ ਨਾਲ ਮੈਨੂੰ ਯਾਨੀ ਭਲਿੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।